ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ। ਤੀਜੇ ਭਾਗ ਵਿੱਚ ਸੁਣੋ ਹੀਰੋਸ਼ੀਮਾ ਨੂੰ ਯਾਦ ਕਰਦਿਆਂ ਅਤੇ ਇਰਾਕ ਵਿੱਚ ਜਾਨੀ ਨੁਕਸਾਨ। ਆਵਾਜ਼ ਗੁਰਜੰਟ ਸਿੰਘ ਰੂਪਵਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀਰੋਸ਼ੀਮਾ ਨੂੰ ਯਾਦ ਕਰਦਿਆਂ ਤਾਰੀਖ 6 ਅਗਸਤ, ਸਮਾਂ 8:15। ਕੁਝ ਸਾਲ ਪਹਿਲਾਂ ਮੈਂ ਵਾਸ਼ਿੰਗਟਨ ਹਵਾਈ ਅੱਡੇ ਕੋਲ ਹਵਾਈ ਅਜਾਇਬ ਘਰ ਵੇਖਣ ਲਈ ਗਿਆ। ਇੱਥੇ ਇੱਕ ਅਮਰੀਕਨ B-29 ਬੰਬਾਰ ਜਹਾਜ਼ ਰੱਖਿਆ ਹੈ ਜਿਸ ਦਾ ਨਾਮ ਹੈ ਇਨੋਲਾ ਗੇ। ਇਹ ਨਾਂ ਉਸ ਪਾਇਲਟ ਦੀ ਮਾਂ ਦਾ ਹੈ ਜਿਸ ਨੇ ਅਮਰੀਕਨ ਪ੍ਰਧਾਨ ਟਰੂਮੈਨ ਦੇ ਹੁਕਮ ਥੱਲੇ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਐਟਮ ਬੰਬ ਫਟਾਇਆ। ਇੱਕ ਪਾਦਰੀ ਜੋ ਐਟਮ ਬੰਬ ਫਟਣ ਵਾਲੀ ਥਾਂ ਤੋਂ ਤਕਰੀਬਨ 2 ਕਿਲੋਮੀਟਰ ਦੂਰ ਸੀ, ਉਸ ਦੀ ਜੇਬ ਵਿਚਲੀ ਘੜੀ ਨੇ ਬੰਬ ਫਟਦਿਆਂ ਹੀ ਬੰਦ ਹੋ ਕੇ ਹਮਲੇ ਦੇ ਵਕਤ ਦੀ ਹਮੇਸ਼ਾ ਲਈ ਪੁਸ਼ਟੀ ਕਰ ਦਿੱਤੀ। ਹੀਰੋਸ਼ੀਮਾ ਕੋਈ ਫੌਜੀ ਸ਼ਹਿਰ ਨਹੀਂ ਸੀ। ਇੱਥੋਂ ਦੀ ਸ਼ਹਿਰੀ ਵਸੋਂ ਨੂੰ ਅੱਖ ਦੇ ਫੋਰ ਵਿੱਚ ਭਸਮ ਕਰਨ, ਇਸ ਸ਼ਹਿਰ ਨੂੰ ਮਲੀਆਮੇਟ ਕਰਨ ਅਤੇ ਦੁਨੀਆ ਭਰ ਵਿੱਚ ਦਹਿਸ਼ਤ ਖਿਲਾਰਨ ਦੀ ਇੱਕ ਘਿਨਾਉਣੀ ਸਕੀਮ ਸੀ। ਸ਼ਹਿਰੀ ਵਸੋਂ ਨੂੰ ਪੂਰਨ ਰੂਪ ਵਿੱਚ ਤਬਾਹ ਕਰਨਾ ਅਮਰੀਕਾ ਲਈ ਕੋਈ ਨਵੀਂ ਗੱਲ ਨਹੀਂ ਸੀ। 13 ਅਪ੍ਰੈਲ 1945 ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਰਲ ਕੇ ਜਰਮਨੀ ਦੇ ਸ਼ਹਿਰ ਡ੍ਰੈਸਡਨ ਉੱਤੇ ਸਾਰੀ ਰਾਤ ਅਗਨੀ ਬੰਬਾਂ ਦੀ ਬਰਸਾਤ ਕੀਤੀ। ਅੱਗ ਦੇ ਤੂਫਾਨ ਨਾਲ ਕਈ ਲੱਖ ਤੋਂ ਵੱਧ ਸ਼ਹਿਰੀਆਂ ਅਤੇ ਰਫਿਊਜੀਆਂ ਨੂੰ ਜਿੰਦਾ ਸਾੜ ਦਿੱਤਾ ਗਿਆ। ਪਰ ਹੀਰੋਸ਼ੀਮਾ ਦੀ ਗੱਲ ਹੋਰ ਹੈ। ਇੱਕ 13 ਟਨ ਦੇ ਯੂਰੇਨੀਅਮ ਬੰਬ ਨੂੰ ਕਰੀਬ 200 ਮੀਟਰ ਜ਼ਮੀਨ ਤੋਂ ਉੱਪਰ ਇੱਕ ਪੈਰਾਸ਼ੂਟ ਦੇ ਨਾਲ ਫਟਾਇਆ ਗਿਆ। ਇਹ ਮਹਾਂ ਧਮਾਕਾ ਇੱਕ ਭਿਅੰਕਰ ਅੱਗ ਗੋਲਾ ਅਤੇ ਅੰਤਾਂ ਦੇ ਬੰਬ ਧਮਾਕੇ ਦੇ ਨਾਲ ਅਤਿਅੰਤ ਸ਼ਕਤੀਸ਼ਾਲੀ ਰੇਡੀਆਈ ਕਿਰਨਾਂ ਇੱਕੋ ਹੀ ਪਲ ਵਿੱਚ ਸ਼ਹਿਰ ਦੇ ਵਿੱਚੋਂ ਲੰਘ ਗਏ। ਉਸ ਦਿਨ ਹੀਰੋਸ਼ੀਮਾ ਦੇ ਅੰਦਰ ਕਰੀਬ 2.5 ਲੱਖ ਲੋਕ ਸਨ। ਹਰ ਪਾਸੇ 1 ਮੀਲ ਦੇ ਚੱਕਰ ਤੱਕ ਸਭ ਕੁਝ ਭੁੰਨਿਆ ਤਾਂ ਕੀ ਉੱਡ ਹੀ ਗਿਆ। 90% ਇਮਾਰਤਾਂ ਜ਼ਮੀਨ ਦੇ ਉੱਤੇ ਪੱਧਰੀਆਂ ਹੋ ਗਈਆਂ। 1/3 ਆਬਾਦੀ ਤਾਂ ਅੱਖ ਝਮਕਦਿਆਂ ਹੀ ਖਤਮ ਹੋ ਗਈ। ਅਨੇਕਾਂ ਦੀ ਕੁੱਲ ਚਮੜੀ ਉਧੜ ਗਈ ਅਤੇ ਅੰਦਰਲੇ ਅੰਗ ਬਾਹਰ ਆ ਗਏ। ਬਾਕੀ ਦੇ ਲੋਕ ਮਰੇ ਬਲਾਸਟ ਧੱਕੇ ਤੋਂ ਡਿੱਗਦੀਆਂ ਉੱਡਦੀਆਂ ਇਮਾਰਤਾਂ ਅਤੇ ਰੇਡੀਆਈ ਕਿਰਨਾਂ ਦੇ ਨਾਲ। ਜੋ ਬਚ ਰਹੇ ਉਹ ਰੇਡੀਆਈ ਕਿਰਨਾਂ ਦੇ ਕਾਰਨ ਬੇਅੰਤ ਬਿਮਾਰੀਆਂ ਅਤੇ ਕੈਂਸਰ ਦੇ ਨਾਲ ਅਗਲੇ 3 ਮਹੀਨਿਆਂ ਦੇ ਵਿੱਚ ਮਰ ਗਏ। ਜੋ ਫਿਰ ਵੀ ਬਚੇ ਰਹੇ ਉਹਨਾਂ ਦੀ ਜ਼ਿੰਦਗੀ ਤਾਂ ਮਰਿਆਂ ਨਾਲੋਂ ਵੀ ਬਦਤਰ ਰਹੀ। ਇਨੋਲਾ ਗੇ ਜਹਾਜ਼ ਦੇ ਪਾਇਲਟ ਟਾਮਸ ਫਿਰਬੀ ਨੂੰ ਸਦਾ ਹੀ ਮਾਣ ਰਿਹਾ ਕਿ ਉਸ ਨੇ ਇਹ ਕੰਮ ਬਹੁਤ ਮਹਾਰਤ ਦੇ ਨਾਲ ਠੀਕ ਕੀਤਾ। ਉਸ ਦੀ ਕੁਦਰਤੀ ਮੌਤ 81 ਸਾਲ ਦੀ ਉਮਰ ਉੱਤੇ ਹੋਈ। ਇੰਜ ਲੱਗਦਾ ਹੈ ਜਿਵੇਂ ਰੱਬ ਨੂੰ ਵੀ ਉਹਦੇ ਕੰਮ ਉੱਤੇ ਬਹੁਤ ਮਾਣ ਹੋਵੇ। ਅੱਜ ਸਾਡੇ ਦੇਸ਼ ਵਿੱਚ ਅਤੇ ਆਂਢ ਗੁਆਂਢ ਵੀ ਪਰਮਾਣੂ ਹਥਿਆਰਾਂ ਨੂੰ ਬੜੇ ਰੋਮਾਂਟਿਕ ਢੰਗ ਨਾਲ ਪੇਸ਼ ਕੀਤਾ ਜਾ ਰਿਹਾ। ਢੇਰਾਂ ਦੇ ਢੇਰ ਐਟਮ ਬੰਬ ਬਣਾਏ ਜਾ ਰਹੇ ਹਨ। ਅੱਜ ਦੇ ਦਿਨ ਇਹਨਾਂ ਬੰਬਾਂ ਦੇ ਨਾਲ ਅਸੀਂ ਵਧੇਰੇ ਤਾਕਤਵਰ ਨਹੀਂ ਹੋ ਜਾਂਦੇ। ਐਟਮੀ ਜੰਗ ਦੇ ਵਿੱਚ ਕੇਵਲ ਬੇਹਥਿਆਰਾ ਹੀ ਨਾਹੱਕ ਮਾਰਿਆ ਜਾ ਰਿਹਾ। ਅੱਜ ਗੈਰ ਐਟਮੀ ਸ਼ਕਤੀ ਈਰਾਨ ਦੇ ਆਲੇ ਦੁਆਲੇ ਪਰਮਾਣੂ ਹਥਿਆਰਾਂ ਦੇ ਨਾਲ ਹਮਲੇ ਦੀ ਗੱਲ ਬਾਰ-ਬਾਰ ਦੁਹਰਾਈ ਜਾ ਰਹੀ ਹੈ। ਈਰਾਨ ਦੀ ਤਬਾਹੀ ਸਾਨੂੰ ਵੀ ਨਾਲ ਹੀ ਲਪੇਟ ਲਵੇਗੀ, ਕਿਉਂਕਿ ਉੱਥੋਂ ਉੱਡੀ ਹੋਈ ਰੇਡੀਓ ਐਕਟੀਵਿਟੀ ਭਰੀ ਧੂਲ ਦਿਨਾਂ ਦੇ ਅੰਦਰ ਹੀ ਉੱਤਰੀ ਭਾਰਤ ਦੇ ਅੰਦਰ ਪਹੁੰਚ ਕੇ ਆਪਣਾ ਮਾਰੂ ਅਸਰ ਵਿਖਾ ਸਕਦੀ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੇ ਦੇਸ਼ ਦੀ ਜ਼ਬਾਨ ਨੂੰ ਤੰਦੂਆ ਕਿਉਂ ਲੱਗ ਗਿਆ ਹੈ। ਜੇ ਐਟਮ ਬੰਬ ਡਿੱਗੇ ਤਾਂ ਐਟਮ ਬੰਬ ਸੁੱਟਣ ਲਈ ਕਿਸੇ ਇਨੋਲਾ ਗੇ ਜਹਾਜ਼ ਦੀ ਲੋੜ ਨਹੀਂ ਪੈਣੀ। ਇਹ ਆਵੇਗਾ ਇੱਕ ਰਾਕਟ ਦੇ ਰਸਤੇ ਅਤੇ ਸੁੱਟਿਆ ਜਾਵੇਗਾ ਕਿਸੇ ਕੇਂਦਰੀ ਸ਼ਹਿਰ ਵਿੱਚ। ਹੀਰੋਸ਼ੀਮਾ ਵਾਲਾ ਬੰਬ ਤਾਂ ਇੱਕ ਬੱਚਾ ਬੰਬ ਸੀ। ਇੱਕ 4-5 ਗੁਣਾ ਵੱਡੇ ਬੰਬ ਦੇ ਨਾਲ ਇੱਕ ਘੁੱਗ ਵੱਸਦੇ ਸ਼ਹਿਰ ਵਿੱਚ ਉਹੀ ਕੁਝ ਹੋਵੇਗਾ ਜੋ ਹੀਰੋਸ਼ੀਮਾ ਵਿੱਚ ਹੋਇਆ ਸੀ। ਨਤੀਜਾ ਕਈ ਗੁਣਾ ਭਿਆਨਕ ਹੋਵੇਗਾ। 8-10 ਲੋਕ ਅੱਖ ਝਮਕਦਿਆਂ ਹੀ ਖਤਮ ਹੋ ਜਾਣਗੇ। ਉਹੀ ਅੱਗ ਦੇ ਗੋਲੇ ਦੀ ਭਿਆਨਕ ਅੱਗ ਅਤੇ ਅਤਿਅੰਤ ਜ਼ੋਰਦਾਰ ਹਨੇਰੀ। 10-10 ਮੀਲ ਤੱਕ ਹਰ ਸੜ ਸਕਣ ਵਾਲੀ ਚੀਜ਼ ਨੂੰ ਅੱਗ ਲੱਗ ਜਾਵੇਗੀ।
सब मोटर कारां, पेट्रोल पंप, फौजी साजो समान फट जाणगे, बिजली बंद हो जाएगी, शहर का पानी भाफ बन के उड़ जाएगा। 15-20 ਲੱਖ लोग मामूली तो भयानक ढंग नाल ਜ਼ਖਮੀ होणगे। कोई एंबूलेंस नहीं होवेगी, कोई हस्पताल नहीं खुलेगा। इस शहर की मदद उत्ते कोई नहीं आवेगा। सब व्यक्ति हर संभव ढंग नाल शहर तो दूर भजणगे। सरकार नां दी कोई चीज़ नहीं रहेगी। सारे देश विच आवाजाई, व्यापार, काम कार ठप हो जाणगे। हर कोई साह रोकी अपने घर विच रुक जावेगा। शहरां नूं खुराक सप्लाई सुस्त हो जाएगी। खबरां अफवाहां दा बाजार गर्म हो जाएगा। जे यही बंब 10 शहरां उत्ते पै जाण तां कुल सनतकारी ਅਤੇ ਅਰਥਚਾਰਾ ਮੁੱਕ ਜਾਵੇਗਾ। ਫੌਜਾਂ ਨੂੰ ਹੁਕਮ ਦੇਣ ਵਾਲਾ ਕੋਈ ਨਹੀਂ ਰਹਿਣਾ। ਇਹ ਸਭ ਕੁਝ ਇੱਕ ਦੇਸ਼ ਵਿੱਚ ਨਹੀਂ, ਦੂਜੇ ਦੇਸ਼ ਵਿੱਚ ਵੀ ਐਸਾ ਹੀ ਹੋਵੇਗਾ। 21ਵੀਂ ਸਦੀ ਵਿੱਚੋਂ ਨਿਕਲ ਕੇ 15ਵੀਂ ਸਦੀ ਵਿੱਚ ਪਹੁੰਚ ਜਾਵਾਂਗੇ ਅਤੇ ਮਹਾਂਮਾਰੀਆਂ ਵਿੱਚੋਂ ਨਿਕਲਦਿਆਂ ਕਈ ਸਦੀਆਂ ਲੱਗ ਜਾਣਗੀਆਂ। ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਆਂਢੀ ਗੁਆਂਢੀ ਦੇਸ਼ ਮਹਾਂਸ਼ਕਤੀਆਂ ਦੇ ਉਕਸਾਵੇ ਦੇ ਵਿੱਚ ਆ ਕੇ ਜੰਗੀ ਤਿਆਰੀਆਂ ਉੱਤੇ ਪਰਮਾਣੂ ਦੀ ਥਾਂ ਆਪਣੀ ਸਾਰੀ ਸ਼ਕਤੀ ਉਸ ਪਾਸੇ ਲਗਾਈਏ ਜਿਸ ਨਾਲ ਇਸ ਖਿੱਤੇ ਵਿੱਚ ਅਮਨ ਦੋਸਤੀ ਅਤੇ ਸਥਿਰਤਾ ਦੇ ਵਿੱਚ ਵਾਧਾ ਹੋਵੇ। ਕਿ ਤੁਸੀਂ ਪਸੰਦ ਕਰੋਗੇ ਕਿ ਕਿਸੇ ਸਨਮਾਨਯੋਗ ਜੰਗ ਵਿੱਚ ਤੁਹਾਡੇ ਆਪਣੇ ਸ਼ਹਿਰ ਉੱਤੇ ਇੱਕ ਹੀਰੋਸ਼ੀਮਾ ਦੀ ਵੰਨਗੀ ਵਾਲੇ ਛੋਟੇ ਜਿਹੇ ਬੰਬ ਨਾਲ 6 ਅਗਸਤ 1945 ਵਾਲਾ ਸੁਨਹਿਰੀ ਇਤਿਹਾਸ ਸਿਰਜਿਆ ਜਾਵੇ। ਇਰਾਕ ਵਿੱਚ ਜਾਨੀ ਨੁਕਸਾਨ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਨੇ ਜਿਹੜੇ ਨੇਕ ਇਰਾਦਿਆਂ ਨਾਲ ਇਰਾਕ ਉੱਤੇ ਧਾਵਾ ਬੋਲ ਕੇ ਕਬਜ਼ਾ ਕੀਤਾ, ਉਹਨਾਂ ਵਿੱਚੋਂ ਕੁਝ ਕੁ ਇਹ ਸਨ। ਸਦਾਮ ਹੁਸੈਨ ਇਰਾਕ ਦਾ ਪ੍ਰਧਾਨ ਨਿਹਾਇਤ ਖਤਰਨਾਕ ਇਨਸਾਨ ਹੈ ਜਿਸ ਨੂੰ ਹਟਾ ਕੇ ਲੋਕਤੰਤਰ ਦਾ ਬੀਜ ਬੀਜਣਾ ਹੈ ਅਤੇ ਮੱਧ ਏਸ਼ੀਆ ਦੀ ਸੋਚ ਅੰਦਰ ਇੱਕ ਚਾਨਣ ਮੁਨਾਰਾ ਖੜਾ ਕਰਨਾ ਹੈ। ਸਦਾਮ ਹੁਸੈਨ ਕੋਲ ਬਹੁਤ ਘਾਤਕ ਕੀਮਿਆਈ, ਕਿਰਮਆਈ ਅਤੇ ਐਟਮੀ ਹਥਿਆਰ ਹਨ ਜਿਨ੍ਹਾਂ ਦੇ ਨਾਲ ਉਹ ਪੱਛਮੀ ਦੇਸ਼ਾਂ ਅਤੇ ਅਮਰੀਕਾ ਉੱਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਸਦਾਮ ਹੁਸੈਨ ਨੇ ਅਲ ਕਾਇਦਾ ਤਨਜ਼ੀਮ ਅਤੇ ਬਿਨ ਲਾਦੇਨ ਦੀ ਮਦਦ ਕੀਤੀ ਜਿਸ ਦੇ ਨਾਲ 11 ਸਤੰਬਰ 2001 ਨੂੰ ਨਿਊਯਾਰਕ ਅਤੇ ਜੌੜੇ ਟਾਵਰਾਂ ਉੱਤੇ ਹਮਲਾ ਕਰਕੇ ਉਡਾ ਦਿੱਤਾ ਗਿਆ। ਦੱਸਿਆ ਗਿਆ ਕਿ ਇਰਾਕੀ ਜਨ ਸਧਾਰਨ ਦੀ ਇੱਛਾ ਹੈ ਕਿ ਅਮਰੀਕਨ ਫੌਜਾਂ ਇਰਾਕ ਦੇ ਵਿੱਚ ਆ ਕੇ ਉਹਨਾਂ ਦੀ ਮੁਕਤੀ ਕਰਾਉਣ ਤਾਂ ਜੋ ਉਹ ਜੇਤੂ ਅਮਰੀਕਨ ਫੌਜਾਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ। ਸੰਸਾਰ ਦੀਆਂ ਕੁੱਲ ਅਖਬਾਰਾਂ, ਐਡੀਟੋਰੀਅਲਾਂ, ਮੁੱਖ ਲੇਖਾਂ ਅਤੇ ਟੀਵੀ ਚੈਨਲਾਂ 'ਤੇ ਬੁਸ਼ ਸਰਕਾਰ ਦੀ ਲਕੀਰ ਦੇ ਫਕੀਰ ਬਣ ਕੇ ਦੁਨੀਆ ਦੇ ਬਹੁਤੇ ਲੋਕਾਂ ਨੂੰ ਉੱਲੂ ਬਣਾ ਕੇ ਆਪਣਾ ਨੈਤਿਕ ਫਰਜ਼ ਨਿਭਾਇਆ। ਜੇ ਕਿਸੇ ਥਾਂ ਲੋਕਾਂ, ਪਾਰਟੀਆਂ ਜਾਂ ਸਰਕਾਰਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਦੀ ਆਵਾਜ਼ ਕਿਸੇ ਮੀਡੀਆ ਰਾਹੀਂ ਸੁਣਾਈ ਨਹੀਂ ਦਿੱਤੀ। ਮੁੱਕਦੀ ਗੱਲ, ਇੱਕ ਜੰਗਲੀ ਸ਼ੇਰ ਨੇ ਭਬਕ ਮਾਰ ਕੇ ਇੱਕ ਨਿਹੱਥੇ ਲੇਲੇ ਨੂੰ ਗਲੋਂ ਫੜ ਲਿਆ ਅਤੇ ਕੇਵਲ 140 ਫੌਜੀ ਮਰਵਾ ਕੇ ਪੂਰੇ ਇਰਾਕ ਉੱਤੇ ਕਬਜ਼ਾ ਕਰ ਲਿਆ। ਬਗਦਾਦ ਵਿੱਚ ਤਮਾਮ ਕੇਂਦਰੀ ਮਹਿਕਮਿਆਂ ਦੀਆਂ ਇਮਾਰਤਾਂ ਤੇਲ ਮੰਤਰਾਲਾ ਛੱਡ ਕੇ ਕਰੂਜ਼ ਮਿਜ਼ਾਈਲਾਂ ਦੇ ਨਾਲ ਉਡਾ ਦਿੱਤੀਆਂ। ਪੁਰਾਤਨ ਅਜਾਇਬ ਘਰਾਂ ਨੂੰ ਲੁੱਟ ਕੇ ਪੱਛਮ ਅਤੇ ਅਮਰੀਕਾ ਦੇ ਅਜਾਇਬ ਘਰਾਂ ਦੀ ਰੌਣਕ ਵਧਾ ਦਿੱਤੀ ਗਈ। 19 ਮਾਰਚ 2003 ਨੂੰ ਹਮਲਾ ਸ਼ੁਰੂ ਹੋਇਆ ਅਤੇ 41 ਦਿਨਾਂ ਦੀ ਮਾਮੂਲੀ ਝੜਪਾਂ ਦੇ ਪਿੱਛੋਂ ਇਰਾਕੀ ਫੌਜਾਂ ਨੂੰ ਹਰਾ ਕੇ ਫਤਿਹ ਦਾ ਡੰਕਾ ਵਜਾ ਦਿੱਤਾ ਗਿਆ। ਜਿੱਤ ਦਾ ਇਹ ਐਲਾਨ ਪ੍ਰਧਾਨ ਬੁਸ਼ ਨੇ ਆਪ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ 6 ਸਾਲ ਤੋਂ ਵੱਧ ਸਮੇਂ ਵਿੱਚ ਅਮਰੀਕਾ ਅਤੇ ਸਾਥੀ ਦੇਸ਼ ਇਰਾਕੀ ਭੂਤਾਂ ਪ੍ਰੇਤਾਂ ਨਾਲ ਲੜਦੇ ਆ ਰਹੇ ਹਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅੱਤਵਾਦੀ, ਅਲ ਕਾਇਦਾ, ਬਾਗੀ, ਫਨੈਟਿਕ, ਸੁੰਨੀ, ਸ਼ੀਆ, ਲੜਾਕੂ, ਸਦਾਮ ਵਫਾਦਾਰ ਆਦਿ। ਜਦ ਕਿ ਸਾਥੀ ਦੇਸ਼ ਇਰਾਕ ਵਿੱਚ ਖੁਸ਼ਹਾਲੀ ਦਾ ਬੂਟਾ ਲਾਉਣ ਲਈ ਜਾਨਾਂ ਕੁਰਬਾਨ ਕਰ ਰਹੇ ਹਨ, ਉੱਥੇ ਇਹ ਇਰਾਕੀ ਭੂਤ ਪ੍ਰੇਤ ਹਰ ਸਮੇਂ ਰੁਕਾਵਟਾਂ ਪਾਉਣ ਲਈ ਤਤਪਰ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 4330 ਅਮਰੀਕਨ ਫੌਜੀ ਸ਼ਹੀਦ ਹੋ ਚੁੱਕੇ ਹਨ ਅਤੇ 31446 ਬੁਰੀ ਤਰ੍ਹਾਂ ਜ਼ਖਮੀ ਅਤੇ ਅਪਾਹਜ ਹੋਣ ਕਰਕੇ ਜ਼ਿੰਦਾ ਸ਼ਹੀਦਾਂ ਦੀ ਗਿਣਤੀ ਵਿੱਚ ਹਨ। ਸਾਥੀ ਦੇਸ਼ਾਂ ਨੇ ਵੀ ਯਥਾ ਸ਼ਕਤੀ ਕੁਰਬਾਨੀਆਂ ਦਿੱਤੀਆਂ ਹਨ, ਪਰ ਉਹ ਕਿਹੜੇ ਬਾਗ ਦੀ ਮੂਲੀ ਹਨ
ਜੋ ਗਿਣਤੀ ਵਿੱਚ ਆਵਣ। ਗੈਰ ਸਰਕਾਰੀ ਸੋਮੇ ਜ਼ਖਮੀਆਂ ਦੀ ਗਿਣਤੀ 1 ਲੱਖ ਤੋਂ ਵੱਧ ਮੰਨਦੇ ਹਨ, ਪਰ ਸਾਨੂੰ ਤਾਂ ਅਮਰੀਕਨ ਸਰਕਾਰ ਉੱਤੇ ਵਧੇਰੇ ਇਤਬਾਰ ਕਰਨਾ ਚਾਹੀਦਾ ਹੈ, ਜਿਸ ਦਾ ਹਰ ਵਿਹਾਰ ਸੱਚਾ ਅਤੇ ਸੋਚਾ ਹੈ। ਮਰਿਆ ਫੌਜੀ ਤਾਂ ਆਪ ਵੀ ਸੁਰਖਰੂ ਹੋ ਜਾਂਦਾ ਹੈ ਅਤੇ ਆਪਣੇ ਦੇਸ਼ ਨੂੰ ਵੀ ਸੁਖੀ ਛੱਡ ਜਾਂਦਾ ਹੈ, ਪਰ ਜ਼ਖਮੀ ਫੌਜੀ ਇੱਕ ਵੱਡੀ ਸਿਰਦਰਦੀ ਹੈ। ਪਹਿਲਾਂ ਤਾਂ ਉਹਦੇ ਲਈ ਹੈਲੀਕਾਪਟਰ ਰਾਹੀਂ ਡਾਕਟਰੀ ਸਹਾਇਤਾ ਪਹੁੰਚਾਈ ਜਾਂਦੀ, ਉਸ ਤੋਂ ਤੁਰੰਤ ਪਿੱਛੋਂ ਉਸ ਨੂੰ ਵੱਡੇ ਅੱਡੇ ਦੇ ਹਸਪਤਾਲ ਲਿਜਾ ਕੇ ਜਾਇਜ਼ਾ ਲਿਆ ਜਾਂਦਾ ਹੈ। ਡਾਕਟਰਾਂ ਦੀ ਪੂਰੀ ਟੀਮ ਐਮਰਜੈਂਸੀ ਆਪਰੇਸ਼ਨ ਕਰਕੇ ਉਸ ਦੀ ਜਾਨ ਬਚਾਉਣ ਤੱਕ ਹੀ ਕੰਮ ਕਰਦੀ ਹੈ, ਜਿਸ ਪਿੱਛੋਂ ਡਾਕਟਰੀ ਹਵਾਈ ਜਹਾਜ਼ ਰਾਹੀਂ ਜ਼ਖਮੀ ਨੂੰ ਜਰਮਨੀ ਲਿਜਾਇਆ ਜਾਂਦਾ ਹੈ। ਉਸ ਤੋਂ ਉਪਰੰਤ ਬੇਅੰਤ ਪੇਚੀਦਾ ਇਲਾਜਾਂ ਅਤੇ ਸਰੀਰਕ ਸਹਾਇਤਾ ਅਤੇ ਕਸਰਤਾਂ ਲਈ ਅਮਰੀਕਾ ਦੇ ਫੌਜੀ ਹਸਪਤਾਲਾਂ ਵਿੱਚ ਭੇਜਿਆ ਜਾਂਦਾ। ਜੇ ਜ਼ਖਮੀ ਫੌਜੀ ਠੀਕ ਠਾਕ ਹੋ ਜਾਵੇ ਤਾਂ ਵਾਪਸ ਮਾਰੂ ਫੌਜੀ ਮਸ਼ੀਨ ਦੇ ਪੱਟੇ ਉੱਤੇ ਚਾੜ੍ਹ ਕੇ ਇਰਾਕ ਜਾਂ ਅਫਗਾਨਿਸਤਾਨ ਭੇਜ ਦਿੱਤਾ ਜਾਂਦਾ। ਜੇ ਮੁੜ ਤਿਆਰ ਨਾ ਹੋ ਸਕੇ ਤਾਂ ਬੜੇ ਸੂਖਮ ਇਸ ਦੇ ਨਿਰਦਈ ਢੰਗ ਨਾਲ ਰੁਲਦਿਆਂ ਦੇ ਕੂੜੇਦਾਨ ਨੂੰ ਸੌਂਪ ਦਿੱਤਾ ਜਾਂਦਾ, ਜਿੱਥੇ ਉਸ ਦੀ ਦੁਰਦਸ਼ਾ ਜਾਂ ਉਹ ਜਾਣਦਾ ਹੈ ਜਾਂ ਉਸ ਦਾ ਪਰਮਾਤਮਾ। ਦੁਨੀਆ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਅਤੇ ਇਰਾਕ ਵਿੱਚ ਲੋਕਤੰਤਰ ਲਿਆਉਣ ਲਈ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਦੀਆਂ ਕੁਰਬਾਨੀਆਂ ਕਦੇ ਨਹੀਂ ਭੁੱਲਣਗੀਆਂ। ਆਪਣਾ ਫਰਜ਼ ਨਿਭਾਉਂਦਿਆਂ ਫੌਜੀਆਂ ਦੀਆਂ ਬੰਦੂਕਾਂ, ਤੋਪਾਂ ਅਤੇ ਹਵਾਈ ਜਹਾਜ਼ਾਂ ਕੋਲੋਂ ਬੰਬਾਰੀ ਸਮੇਂ ਕਈ ਭੁੱਲਾਂ ਹੋਈਆਂ ਹੋਣਗੀਆਂ, ਜਿਸ ਕਾਰਨ ਸ਼ਹਿਰੀਆਂ ਦੀ ਨਾਰਾਜ਼ਗੀ ਕਿਸੇ ਹੱਦ ਤੱਕ ਜਾਇਜ਼ ਹੈ, ਪਰ ਸਾਂਝੀ ਫੌਜ ਦਾ ਇਸ ਵਿੱਚ ਕੋਈ ਦੋਸ਼ ਨਹੀਂ। ਅਮਰੀਕਾ ਦੀ ਲੋਕਤੰਤਰ ਅਤੇ ਆਜ਼ਾਦੀ ਦੇ ਦੁਸ਼ਮਣਾਂ ਨੇ ਪਹਿਲੇ ਹੀ ਦਿਨ ਤੋਂ ਮਰੇ ਤੇ ਜ਼ਖਮੀ ਇਰਾਕੀ ਸ਼ਹਿਰੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੀ ਗਿਣਤੀ ਮੁਤਾਬਕ ਜੁਲਾਈ 2009 ਤੱਕ ਕੁੱਲ 13,39,771 ਇਰਾਕੀ ਸ਼ਹਿਰੀ ਮਾਰੇ ਜਾ ਚੁੱਕੇ ਸਨ। ਇਸ ਤੋਂ ਕਈ ਗੁਣਾ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਇਲਾਜ ਖੁਣੋਂ ਅਪਾਹਜ ਹਨ ਅਤੇ 30 ਲੱਖ ਤੋਂ ਵੱਧ ਲੋਕ ਇਰਾਕ ਤੋਂ ਭੱਜ ਕੇ ਆਂਢੀ ਗੁਆਂਢੀ ਦੇਸ਼ਾਂ ਵਿੱਚ ਭੱਜ ਗਏ ਹਨ। ਅਮਰੀਕਨ ਫੌਜੀ ਹਲਕੇ ਇਹਨਾਂ ਗਿਣਤੀਆਂ ਨੂੰ ਅਫਵਾਹਾਂ ਗਿਣਦੇ ਹਨ। ਭਲਾ ਉਹਨਾਂ ਦਾ ਕੋਈ ਫੌਜੀ ਇਰਾਕੀ ਸ਼ਹਿਰੀਆਂ ਨਾਲ ਇੰਜ ਕਰ ਸਕਦਾ? ਅਮਰੀਕਾ ਵਾਲੇ ਪਾਸਿਓਂ ਮਰਿਆਂ ਦੇ ਵਿੱਚ ਉਹ ਭਾੜੇ ਦੇ ਲੜਾਕੇ ਵੀ ਗਿਣਨੇ ਚਾਹੀਦੇ ਨੇ, ਜਿਨ੍ਹਾਂ ਨੂੰ ਤੀਜੀ ਦੁਨੀਆ ਦੇ ਗਰੀਬ ਦੇਸ਼ਾਂ ਵਿੱਚੋਂ ਭਰਤੀ ਕਰਕੇ ਜੰਗ ਦੀ ਅੱਗ ਵਿੱਚ ਝੋਕਿਆ ਹੋਇਆ। ਕੋਈ ਅਚੰਭਾ ਨਹੀਂ ਹੋਣਾ ਚਾਹੀਦਾ ਜੇ ਇਹਨਾਂ ਮਰਿਆਂ ਵਿੱਚ ਕਈ ਵਿਅਕਤੀ ਸਾਡੀ ਜਾਣ ਪਛਾਣ ਦੇ ਵੀ ਹੋਣ। ਜੇਕਰ ਅਤਿਆਦੀ ਦੇਸ਼ਾਂ ਵੱਲੋਂ ਵਧੀਆ ਤੋਂ ਵਧੀਆ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਤਾਂ ਇਰਾਕੀ ਗੁੰਡਿਆਂ ਅਤੇ ਅੱਤਵਾਦੀਆਂ ਨੇ ਘਟੀਆ ਜਿਹੇ ਹਥਿਆਰਾਂ ਜਿਵੇਂ AK-47, ਰਾਕਟਨੁਮਾ ਬੰਬ ਅਤੇ ਬਾਰੂਦੀ ਸੁੰਗਾਂ ਨਾਲ ਹੁੱਲੜ ਮਚਾਇਆ ਹੋਇਆ। ਫੜਦੇ ਗੋਲਿਆਂ ਦੇ ਰੌਲਿਆਂ ਨਾਲ ਮੱਖਣਾਂ ਦੇ ਪਲੇ ਹੋਏ 3,20,000 ਅਮਰੀਕਨ ਫੌਜੀਆਂ ਦੇ ਦਿਮਾਗ ਨੂੰ ਥੋੜ੍ਹੀ ਬਹੁਤ ਸੱਟ ਲੱਗੀ ਹੈ ਅਤੇ ਉਹ ਵੀ ਕੋਈ ਕੰਮ ਕਰਨ ਤੋਂ ਅਸਮਰੱਥ ਹਨ। ਇਹ ਕੋਈ ਲੜਨ ਦਾ ਤਰੀਕਾ ਨਹੀਂ। ਲੜਨਾ ਹੋਵੇ ਤਾਂ ਸਾਹਮਣੇ ਆ ਕੇ ਲੜਨ। ਦਿਮਾਗੀ ਸੱਟਾਂ ਦੀ ਫੌਜੀਆਂ ਦੀ ਗਿਣਤੀ ਅਮਰੀਕਨ ਸੋਮਿਆਂ ਵੱਲੋਂ ਹੈ। ਉਹਨਾਂ ਨੇ ਹੁਣ ਲੜਾਈ ਦੇ ਨਵੇਂ ਰਸਤੇ ਲੱਭਣੇ ਹਨ। ਬਿਨਾਂ ਪਾਇਲਟ ਦੇ ਜਹਾਜ਼ਾਂ, ਡਰੋਨ ਨਾਲ ਹਮਲੇ ਅਤੇ ਪਹਾੜੇ 'ਤੇ ਲਿਆਂਦੇ ਤੀਜੀ ਦੁਨੀਆ ਤੋਂ ਫੌਜੀਆਂ ਵਿੱਚ ਵਾਧਾ। ਜੈ ਹੋ। ਕਿਤਾਬ ਦੂਜਾ ਪਾਸਾ, ਲੇਖਕ ਦਲਜੀਤ ਸਿੰਘ, ਅੰਮ੍ਰਿਤਸਰ। ਭਾਗ ਤੀਜਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।